In this session, we are going to begin with the topic menstrual cycle. Menstruation mainly occurs in female primates like humans, apes, old world monkeys, right? In human female, menstrual cycle is repeated after interval of 28 to 29 days, right? Students ਸਾਨੂੰ ਸਾਰਿਆਂ ਨੂੰ ਪਤਾ ਹੈ human females ਦੇ ਵਿੱਚ ਮੰਥਲੀ ਔਰ ਯੂ ਕੈਨ ਸੇ 28 29 ਡੇਜ਼ ਤੋਂ ਬਾਅਦ ਇੱਕ ਸਾਈਕਲ ਰਿਪੀਟ ਹੁੰਦਾ ਜਿਹਨੂੰ ਅਸੀਂ ਮੈਂਸਟਰੂਏਸ਼ਨ ਸਾਈਕਲ ਕਹਿੰਦੇ ਆ ਰਾਈਟ ਸਟੂਡੈਂਟਸ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਦੋਂ ਫੀਮੇਲਸ ਦੇ ਕੇਸ ਦੇ ਵਿੱਚ ਫਸਟ ਮੈਂਸਟਰੂਏਸ਼ਨ ਬਿਗਨ ਹੁੰਦੀ ਪਹਿਲੀ ਵਾਰ ਮੈਂਸਟਰੂਏਸ਼ਨ ਆਉਂਦੀ ਮੀਨਸ ਪਿਊਬਰਟੀ ਅਰਾਈਵ ਕਰਦੀ ਹੈ ਸੋ ਉਹ ਫਸਟ ਮੈਂਸਟਰੂਏਸ਼ਨ ਨੂੰ ਮਿਨਾਰਕ ਕਿਹਾ ਜਾਂਦਾ ਹੈ ਠੀਕ ਹੈ ਜੀ ਔਰ ਜਦੋਂ ਮੈਂਸਟਰੂਏਸ਼ਨ ਸੀਜ਼ ਕਰ ਜਾਂਦੀ ਹੈ ਰੁਕ ਜਾਂਦੀ ਹੈ ਉਹ ਅਬਾਊਟ 50 55 ਜਾਂ ਕਈਆਂ ਨੂੰ 45 ਈਅਰਸ ਦੀ ਏਜ 'ਤੇ ਮਿਨ ਹੋ ਜਾਂਦੀ ਹੈ ਮੈਂਸਟਰੂਏਸ਼ਨ ਰੁਕ ਜਾਂਦੀ ਹੈ ਉਹਨੂੰ ਅਸੀਂ ਮੈਨੋਪੌਜ਼ ਕਹਿੰਦੇ ਹਾਂ ਸੋ ਮਿਨਾਰਕ ਤੋਂ ਲੈ ਕੇ ਮੈਨੋਪੌਜ਼ ਤੱਕ ਫੀਮੇਲ ਨੂੰ ਹਰ ਮੰਥ ਇੱਕ ਜਿਹੜਾ ਸਾਈਕਲ ਰਿਪੀਟ ਹੁੰਦਾ ਸੀ ਉਹਨੂੰ ਮੈਂਸਟਰੂਏਸ਼ਨ ਸਾਈਕਲ ਜਾਂ ਮੈਂਸਟਰੂਏਸ਼ਨ ਕਹਿੰਦੇ ਆ ਰਾਈਟ ਸੋ ਮੈਂਸਟਰੂਅਲ ਸਾਈਕਲ ਔਰ ਮੈਂਸਟਰੂਏਸ਼ਨ ਸਾਈਕਲਸ 'ਚ ਸਟੂਡੈਂਟ ਸਾਡੇ ਕੋਲ 4 ਫੇਜ਼ਸ ਹੁੰਦੇ ਨੇ First is menstruation phase or menstrual phase. Then is a follicular phase. Third is ovulatory phase, right? I'll show you. Third is ovulatory phase. And last fourth is luteal phase or secretory phase. So, students, ਅਸੀਂ ਹਰ ਫੇਜ਼ ਦੇ ਵਿੱਚ ਕਰਨਾ ਇੱਕ ਇੰਪੋਰਟੈਂਟ ਗੱਲ ਜਿਹੜੀ ਅਸੀਂ ਮਾਈਂਡ ਵਿੱਚ ਰੱਖਣੀ ਹੈ ਉਹ ਇਹ ਹੈ ਕਿ ਹਰ ਫੇਜ਼ ਦੇ ਵਿੱਚ ਅਸੀਂ ਅੰਡਰਸਟੈਂਡ ਕਰਨਾ ਹੈ ਕਿ ਫੀਮੇਲ ਦੀ ਬਾਡੀ 'ਚ ਕਿਹੜੀਆਂ ਹਾਰਮੋਨਸ ਜਿਹੜੀਆਂ ਨੇ ਉਹ ਵਰਕ ਕਰ ਰਹੀਆਂ ਕਿਹਨਾਂ ਦਾ ਲੈਵਲ ਰਾਈਜ਼ ਕਰ ਰਿਹਾ ਕਿਹਨਾਂ ਦਾ ਲੈਵਲ ਘਟ ਰਿਹਾ ਰਾਈਟ ਸੋ ਸਟੂਡੈਂਟਸ ਬੜੀ ਇੰਪੋਰਟੈਂਟ ਚੀਜ਼ ਹੈ ਜਿੰਨਾ ਵੀ ਮੈਂ ਜਦੋਂ ਫੀਮੇਲ ਰੀਪਰੋਡਕਟਿਵ ਸਿਸਟਮ ਕਰਵਾਇਆ ਸੀ ਮੈਂ ਉਹਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿ ਆਲ ਦੀਜ਼ ਸਿਸਟਮਸ ਔਰ ਆਲ ਦਿਸ ਸਿਸਟਮ is controlled under the influence of hormones ਕਿਹਦੇ ਇਨਫਲੂਐਂਸ ਅੰਡਰ ਸਾਰਾ ਕੰਮ ਚੱਲਦਾ ਹੈ ਹਾਰਮੋਨਸ ਅੰਡਰ ਜਾਂ ਸਾਰਿਆਂ ਨੂੰ ਕੌਣ ਕੰਟਰੋਲ ਕਰਦਾ ਹਾਰਮੋਨਸ ਸੋ ਅਸੀਂ ਇੱਥੇ ਦੇਖਾਂਗੇ ਮੈਂਸਟਰੂਅਲ ਸਾਈਕਲ ਦੇ ਜਿਹੜੇ 4 ਫੇਜ਼ਸ ਨੇ ਉਹਨਾਂ ਵਿੱਚ ਕਿਹੜੀਆਂ ਹਾਰਮੋਨਸ ਜਿਹੜੀਆਂ ਕੰਮ ਕਰਦੀਆਂ ਸੋ ਨੰਬਰ 1 ਇਜ਼ ਮੈਂਸਟਰੂਅਲ ਫੇਜ਼ ਔਰ ਬਲੀਡਿੰਗ ਫੇਜ਼ ਰਾਈਟ ਜਿਹਦੇ ਵਿੱਚ ਬਲੀਡਿੰਗ ਹੁੰਦੀ ਹੈ ਰਾਈਟ ਅਗਰ ਅਸੀਂ 28 ਡੇਜ਼ ਦਾ ਸਾਈਕਲ ਮੰਨ ਕੇ ਚੱਲੀਏ ਕਈਆਂ ਨੂੰ ਬੇਟਾ ਪਲੱਸ ਮਾਈਨਸ ਵੀ ਹੋ ਸਕਦਾ ਤੋ 28 ਡੇਜ਼ ਦਾ ਅਗਰ ਅਸੀਂ ਸਾਈਕਲ ਮੰਨ ਕੇ ਚੱਲੀਏ ਤਾਂ ਅਗਰ ਅਸੀਂ ਫਸਟ ਡੇ ਨੂੰ ਇਹ ਵਾਲੇ ਫੇਜ਼ ਤੋਂ ਮੰਨ ਕੇ ਚੱਲੀਏ ਮੈਂਸਟਰੂਅਲ ਫੇਜ਼ ਤੋਂ ਪਹਿਲਾ ਦਿਨ ਸਪੋਜ਼ ਅੱਜ ਹੈ ਤਾਂ 3 to 5 ਡੇਜ਼ ਤੱਕ ਮੈਂਸਟਰੂਅਲ ਸਾਈਕਲ ਚੱਲ ਸਕਦਾ ਹੈ ਰਾਈਟ ਹੁਣ ਇਸ ਫੇਜ਼ ਦੇ ਵਿੱਚ ਜਦੋਂ ਫੀਮੇਲਸ ਨੂੰ ਬਲੀਡਿੰਗ ਹੁੰਦੀ ਹੈ ਤਾਂ ਕਿਹੜੀਆਂ ਹਾਰਮੋਨਸ ਜਿਹੜੀਆਂ ਨੇ ਉਸ ਸਮੇਂ 'ਤੇ ਕੰਮ ਕਰਦੀਆਂ ਰਾਈਟ ਸੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਇਸ ਫੇਜ਼ ਦੇ ਵਿੱਚ LH ਲਿਊਟੇਨਾਈਜ਼ਿੰਗ ਹਾਰਮੋਨ ਅਸੀਂ ਫੀਮੇਲ ਰੀਪਰੋਡਕਟਿਵ ਸਿਸਟਮ 'ਚ ਪੜ੍ਹ ਚੁੱਕੇ ਹਾਂ ਆਲਰੇਡੀ ਕੌਣ ਸਕਰੀਟ ਕਰਦਾ ਇੰਟੀਰੀਅਰ ਲੋਬ ਆਫ ਪਿਟਿਊਟਰੀ ਗਲੈਂਡ ਰਾਈਟ ਉਹਦਾ ਲੈਵਲ ਘਟ ਜਾਂਦਾ ਰਿਡਿਊਸ ਕਰ ਜਾਂਦਾ LH ਦਾ ਲੈਵਲ ਰਿਡਿਊਸ ਕਰ ਜਾਂਦਾ ਜਿਹਦੇ ਕਰਕੇ ਕਾਰਪਸ ਲਿਊਟੀਅਮ ਡੀਜਨਰੇਟ ਕਰਦਾ ਨਾਓ ਵਾਟ ਇਜ਼ ਕਾਰਪਸ ਲਿਊਟੀਅਮ ਵੀ ਹੈਵ ਆਲਰੇਡੀ ਡਿਸਕਸਡ ਬਟ ਮੈਂ ਇਨ ਸ਼ਾਰਟ ਤੁਹਾਨੂੰ ਦੱਸ ਦਿੰਦੀ ਹਾਂ ਜਦੋਂ ਗ੍ਰਾਫੀਨ ਫੋਲੀਕਲ ਦੇ ਵਿੱਚੋਂ ਸਕੈਂਡਰੀ ਓਸਾਈਟ ਜਾਂ ਓਵਮ ਕਹਿ ਲਓ ਬਾਹਰ ਨਿਕਲ ਜਾਂਦਾ ਤਾਂ ਜਿਹੜਾ ਬਚਿਆ ਹੋਇਆ ਡੀਜਨਰੇਟਿਡ ਸਾਡੇ ਕੋਲ ਫੋਲੀਕਲ ਹੈ ਇਟ ਇਜ਼ ਕਾਲਡ ਐਸ ਕਾਰਪਸ ਲਿਊਟੀਅਮ ਰਾਈਟ ਸੋ ਇਸ ਫੇਜ਼ ਦੇ ਵਿੱਚ LH ਦਾ ਲੈਵਲ ਘਟ ਜਾਂਦਾ ਜਿਹਦੇ ਕਰਕੇ ਕਾਰਪਸ ਲਿਊਟੀਅਮ ਹੁਣ ਟੁੱਟਣਾ ਭੱਜਣਾ ਸ਼ੁਰੂ ਹੋ ਜਾਂਦਾ ਦੇਅਰਫੋਰ ਪ੍ਰੋਜੈਸਟਰੋਨ ਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਕਿਉਂਕਿ ਕਾਰਪਸ ਲਿਊਟੀਅਮ ਸਕ੍ਰੀਟ ਕਰ ਰਹੀ ਹੁੰਦੀ ਹੈ ਅਗਰ ਕਾਰਪਸ ਲਿਊਟੀਅਮ ਡੀਜਨਰੇਟ ਕਰ ਗਿਆ ਤਾਂ ਪ੍ਰੋਜੈਸਟਰੋਨ ਦੀ ਪ੍ਰੋਡਕਸ਼ਨ ਘਟ ਜਾਏਗੀ ਪ੍ਰੋਜੈਸਟਰੋਨ ਦੀ ਅਗਰ ਪ੍ਰੋਡਕਸ਼ਨ ਘਟੇਗੀ ਤਾਂ ਐਸਟ੍ਰੋਜਨਸ ਦੀ ਪ੍ਰੋਡਕਸ਼ਨ ਵੀ ਘਟ ਜਾਏਗੀ ਮੀਨਸ ਫੀਮੇਲ ਸੈਕਸ ਹਾਰਮੋਨਸ ਦੀ ਲੈਵਲ ਵੀ ਘਟ ਜੂਗਾ ਉਹਦੇ ਕਰਕੇ ਕੀ ਹੈ ਜਿਹੜੀ ਓਵਰੀ ਦੀ ਅੰਦਰਲੀ ਲੇਅਰ ਹੈ ਯੂਟਰਸ ਦੀ ਅਸੀਂ ਪੜ੍ਹ ਕੇ ਆਏ ਹੋਏ ਹਾਂ ਪੈਰੀਮੇਟਰੀਅਮ ਮਾਇਓਮੇਟਰੀਅਮ ਐਂਡੋਮੇਟਰੀਅਮ ਜਿਹੜੀ ਯੂਟਰਸ ਦੀ ਅੰਦਰ ਵਾਲੀ ਲੇਅਰ ਹੈ ਉਹ ਟੁੱਟੇਗੀ ਔਰ ਮੈਂਸਟਰੂਏਸ਼ਨ ਸਾਈਕਲ ਚੱਲੇਗਾ ਜਿਹੜੀ ਫੀਮੇਲਸ ਨੂੰ ਬਲੀਡਿੰਗ ਹੁੰਦੀ ਉਹਦੇ ਵਿੱਚ ਬਲੱਡ ਹੁੰਦਾ ਸੈਲਸ ਆਫ ਐਂਡੋਮੇਟਰੀਅਮ ਜਿਹੜੀ ਯੂਟਰਸ ਦੀ ਅੰਦਰਲੀ ਵਾਲ ਉਹ ਵੀ ਟੁੱਟ ਭੱਜ ਕੇ ਬਾਡੀ ਤੋਂ ਬਾਹਰ ਆਉਂਦੀ ਹੈ ਐਂਡ ਕੁਛ ਜਿਹੜਾ ਇੱਕ ਸਿੰਗਲ ਓਵਮ ਔਰ ਸਕੈਂਡਰੀ ਓਸਾਈਟ ਗ੍ਰਾਫੀਨ ਫੋਲੀਕਲ ਜਾਂ ਓਵਰੀ 'ਚੋਂ ਰਿਲੀਜ਼ ਹੋਇਆ ਹੁੰਦਾ ਉਹ ਵੀ ਟੁੱਟ ਕੇ ਬਾਡੀ 'ਚੋਂ ਬਾਹਰ ਨਿਕਲ ਜਾਂਦਾ ਕਿਉਂਕਿ ਉਹ ਫਰਟੀਲਾਈਜ਼ ਨਹੀਂ ਕੀਤਾ ਜਾਂਦਾ ਸੋ ਇਹ ਸੀ ਸਟੂਡੈਂਟ ਮੈਂਸਟਰੂਅਲ ਫੇਜ਼ ਸੈਕਿੰਡ ਸਾਡੇ ਕੋਲ ਆ ਗਿਆ ਫੋਲੀਕੂਲਰ ਫੇਜ਼ ਔਰ ਪ੍ਰੋਲਿਫਰੇਟਿਵ ਫੇਜ਼ ਇਹਨੂੰ ਪੋਸਟ ਮੈਂਸਟਰੂਏਸ਼ਨ ਤੋਂ ਬਾਅਦ ਵਾਲਾ ਜਾਂ ਪ੍ਰੀ ਓਵੂਲੇਟਰੀ ਤੋਂ ਓਵੂਲੇਸ਼ਨ ਤੋਂ ਪਹਿਲੇ ਵਾਲਾ ਫੇਜ਼ ਵੀ ਕਿਹਾ ਜਾਂਦਾ
देखो स्टूडेंट 3 to 5 डेज़ तक की चल पिया मैंस्चुरेशन, 6th to 13 डेज़ तक ਇਹ ਵਾਲਾ ਫੇਜ਼ ਚੱਲਦਾ ਵਿਚ ਇਜ਼ ਕਾਲਡ ਐਸ ਫੋਲੀਕੂਲਰ ਫੇਜ਼। ਹੁਣ ਇਸ ਫੇਜ਼ ਦੇ ਵਿੱਚ ਸਾਡੇ ਕੋਲ ਕਿਹੜੀਆਂ ਹਾਰਮੋਨਸ ਵਰਕ ਕਰਦੀਆਂ, ਬੜੀ ਇੰਪੋਰਟੈਂਟ ਚੀਜ਼ ਹੈ। FSH ਐਂਡ LH ਦਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ, ਪਿੱਛੇ ਘਟਿਆ ਸੀ ਨਾ ਮੈਂਸਚੁਰਲ ਫੇਜ਼ 'ਚ। ਇਹਦੇ ਵਿੱਚ ਕੀ ਹੈ, the level of FSH and LH starts increasing, and when the level of FSH and LH start increasing, few follicles ਜਿਹੜੇ ਨੇ, follicles ਤਾਂ ਬਹੁਤ ਸਾਰੇ ਹੁੰਦੇ ਓਵਰੀ 'ਚ, ਪ੍ਰਾਇਮਰੀ, ਸੈਕੰਡਰੀ, ਟਰਸ਼ਰੀ, ਗ੍ਰਾਫੀਨ, ਉਹ ਫੋਲੀਕਲ ਜਿਹੜੇ ਗਰੋ ਕਰਦੇ ਨੇ ਓਵਰੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਸਿਗਨਲ ਦੇਤਾ FSH ਤੇ LH ਨੇ, ਉਹਨੂੰ ਸਟਿਮੂਲੇਟ ਕਰਤਾ, ਫੋਲੀਕਲ ਗਰੋ ਕਰਨਾ ਸ਼ੁਰੂ ਕਰਦੇ ਐਂਡ ਪ੍ਰੋਡਿਊਸ ਐਸਟ੍ਰੋਜਨਸ, ਤੇ ਕੀ ਪੈਦਾ ਕਰਦੇ ਨੇ, ਫੀਮੇਲ ਸੈਕਸ ਹਾਰਮੋਨ ਐਸਟ੍ਰੋਜਨ। ਓਕੇ, ਜਿਹੜੇ ਫੋਲੀਕਲਸ ਹੁਣ ਮੈਚਿਓਰ ਕਰ ਰਹੇ ਆ ਉਹਨਾਂ ਦੇ ਵਿੱਚੋਂ ਇੱਕ ਫੋਲੀਕਲ ਕੰਪਲੀਟਲੀ ਮੈਚਿਓਰ ਕਰਕੇ ਗ੍ਰਾਫੀਨ ਫੋਲੀਕਲ ਬਣਾਉਂਦਾ ਹੈ। ਤਾਂ ਗ੍ਰਾਫੀਨ ਫੋਲੀਕਲ ਤੁਹਾਨੂੰ ਪਤਾ ਹੀ ਹੈ, ਗ੍ਰਾਫੀਨ ਫੋਲੀਕਲ ਨੇ ਕੀ ਕਰਨਾ ਹੈ, ਡੀਜਨਰੇਟ, ਐਟਰੇਸੀਆ। ਅਸੀਂ ਫੋਲੀਕੂਲਰ ਐਟਰੇਸੀਆ ਇੱਕ ਟਰਮ ਪੜ੍ਹ ਕੇ ਆਏ ਹੋਏ ਹਾਂ ਕਿ ਜਦੋਂ ਫੋਲੀਕਲਸ ਕੀ ਕਰਦੇ ਨੇ, ਡੀਜਨਰੇਟ। ਓਕੇ, ਐਂਡੋਮੇਟਰੀਅਮ ਰੀਜਨਰੇਟਸ ਅੰਡਰ ਇਨਫਲੂਐਂਸ ਆਫ ਐਸਟ੍ਰੋਜਨ। ਹੁਣ ਜਿਹੜੇ ਐਸਟ੍ਰੋਜਨ ਪੈਦਾ ਹੋਏ ਸੀ ਉਹਦੇ ਕਰਕੇ ਦੇਖੋ ਮੈਂਸਚੁਰਲ ਫੇਜ਼ 'ਚ ਯੂਟਰਸ ਦੀ ਅੰਦਰਲੀ ਜਿਹੜੀ ਲੇਅਰ ਸੀ ਐਂਡੋਮੇਟਰੀਅਮ, ਉਹ ਟੁੱਟ ਭੱਜ ਰਹੀ ਸੀ, ਹੁਣ ਉਹ ਦੁਬਾਰਾ ਤੋਂ ਬਣਨੀ ਸ਼ੁਰੂ ਹੋ ਗਈ ਅੰਡਰ ਦਾ ਇਨਫਲੂਐਂਸ ਆਫ ਫੀਮੇਲ ਸੈਕਸ ਹਾਰਮੋਨਸ, ਰਾਈਟ। ਓਵੂਲੇਟਰੀ ਫੇਜ਼, both LH and FSH attains peak level. Mind it, ਜਿਹੜਾ ਅਸੀਂ ਲਾਸਟ ਫੇਜ਼ ਫੋਲੀਕੂਲਰ ਫੇਜ਼ ਪੜ੍ਹ ਕੇ ਆਏ ਉਹਦੇ ਵਿੱਚ LH ਤੇ FSH ਦਾ ਲੈਵਲ ਵਧਣਾ ਸ਼ੁਰੂ ਹੋਇਆ ਸੀ। 14ਵੇਂ ਦਿਨ ਤੇ ਆ ਕੇ ਓਵੂਲੇਟਰੀ ਫੇਜ਼ ਕਿਹੜੇ ਦਿਨ ਤੇ ਹੁੰਦਾ, 14th ਡੇ ਤੇ। 14th ਡੇ ਤੇ ਆ ਕੇ FSH ਤੇ LH ਦਾ ਲੈਵਲ ਜਿਹੜਾ ਉਹ ਪੀਕ ਤੇ ਪਹੁੰਚ ਗਿਆ, ਮਤਲਬ ਮੈਕਸਿਮਮ ਲੈਵਲ ਆ ਗਿਆ। ਉਹਦੇ ਨਾਲ ਕੀ ਹੈ, ਗ੍ਰਾਫੀਨ ਫੋਲੀਕਲ ਟੁੱਟੇਗਾ, ਉਹਦੇ ਵਿੱਚੋਂ ਕੀ ਨਿਕਲੇਗਾ ਬਾਹਰ, ਸਕੈਂਡਰੀ ਓਸਾਈਟ, ਐਂਡ ਦਾ ਪ੍ਰੋਸੈਸ ਇਜ਼ ਕਾਲਡ ਐਜ਼ ਓਵੂਲੇਸ਼ਨ। ਮੀਨਸ ਜਿਹਨੂੰ ਅਸੀਂ ਮੈਂ ਤੁਹਾਨੂੰ ਲਾਸਟ ਵੀਡੀਓ 'ਚ ਵੀ ਦੱਸਿਆ ਸੀ ਕਿ ਸਟੂਡੈਂਟਸ ਜਦੋਂ ਗ੍ਰਾਫੀਨ ਫੋਲੀਕਲ 'ਚ ਜਿਹੜੀ ਚੀਜ਼ ਨਿਕਲਦੀ ਅਸੀਂ ਉਹਨੂੰ ਐਗ ਜਾਂ ਓਵਮ ਨਹੀਂ ਕਹਿੰਦੇ, ਅਸੀਂ ਉਹਨੂੰ ਸਕੈਂਡਰੀ ਓਸਾਈਟ ਕਹਿੰਦੇ ਹਾਂ। ਸਕੈਂਡਰੀ ਓਸਾਈਟ ਜਦੋਂ ਫਰਟੀਲਾਈਜ਼ ਹੋਏਗਾ ਫਿਰ ਐਗ ਜਾਂ ਓਵਮ ਬਣੂਗਾ, ਠੀਕ ਹੈ ਜੀ। ਸੋ ਸਕੈਂਡਰੀ ਓਸਾਈਟ ਰਿਲੀਜ਼ ਹੁੰਦਾ ਗ੍ਰਾਫੀਨ ਫੋਲੀਕਲ 'ਚੋਂ, ਉਸ ਫੇਜ਼ ਨੂੰ ਅਸੀਂ ਓਵੂਲੇਟਰੀ ਫੇਜ਼ ਕਹਿੰਦੇ ਹਾਂ। ਐਂਡ ਦਿਸ ovulatory phase occurs at 14th day of 28 days cycle, right? Last ਸਾਡੇ ਕੋ ਆ ਗਿਆ luteal phase ਔਰ secretory phase। ਇਸ ਫੇਜ਼ ਨੂੰ ਪ੍ਰੀ ਮੈਂਸਚੁਰੇਸ਼ਨ, ਕਿਉਂਕਿ ਇਸ ਤੋਂ ਬਾਅਦ ਮੈਂਸਚੁਰੇਸ਼ਨ ਫਿਰ ਆਣੀ ਹੈ, ਔਰ ਪੋਸਟ ਓਵੂਲੇਟਰੀ ਤੋਂ ਬਾਅਦ ਵਾਲਾ ਫੇਜ਼ ਵੀ ਕਿਹਾ ਜਾਂਦਾ ਹੈ। ਔਰ ਇਹ ਸਟੂਡੈਂਟਸ 14ਵੇਂ ਦਿਨ ਤੇ ਹੁਣ ਓਵੂਲੇਸ਼ਨ ਹੋ ਗਈ, 15 ਤੋਂ ਲੈ ਕੇ 28 ਦਿਨ ਤੱਕ ਲਿਊਟਲ ਫੇਜ਼ ਚੱਲੇਗਾ, ਫਿਰ ਡੇ 1 ਆ ਜਾਏਗਾ, ਉਦੋਂ ਫਿਰ ਕਿਹੜਾ ਫੇਜ਼ ਸ਼ੁਰੂ ਹੋ ਜਾਏਗਾ, ਮੈਂਸਚੁਰੇਸ਼ਨ ਫੇਜ਼, ਰਾਈਟ। ਸੋ ਸੈਕਰੀਟਰੀ ਫੇਜ਼ ਦੇ ਵਿੱਚ ਸਟੂਡੈਂਟਸ ਜਿਹੜਾ ਗ੍ਰਾਫੀਨ ਫੋਲੀਕਲਸ, ਮੈਂ ਹੁਣੇ ਤੁਹਾਨੂੰ ਦੱਸਿਆ ਸੀ ਸਟੂਡੈਂਟਸ ਕਿ ਜਿਹੜਾ ਗ੍ਰਾਫੀਨ ਫੋਲੀਕਲ ਹੈ ਉਹ ਟੁੱਟ ਭੱਜ ਰਿਹਾ, ਠੀਕ ਹੈ ਜੀ। ਜਦੋਂ ਟੁੱਟਦਾ ਭੱਜਦਾ ਹੈ ਗ੍ਰਾਫੀਨ ਫੋਲੀਕਲ, ਉਹਦੇ ਵਿੱਚੋਂ ਟੁੱਟਦਾ ਭੱਜਦਾ ਨਹੀਂ ਅਸੀਂ ਕਹਿ ਸਕਦੇ, ਉਹ ਬ੍ਰੇਕ ਹੁੰਦਾ, ਉਹ 'ਚੋਂ ਸਕੈਂਡਰੀ ਓਸਾਈਟ ਬਾਹਰ ਨਿਕਲ ਜਾਂਦਾ। ਜਦੋਂ ਉਹ 'ਚੋਂ ਸਕੈਂਡਰੀ ਓਸਾਈਟ ਬਾਹਰ ਨਿਕਲਦਾ, ਜੋ ਚੀਜ਼ ਰਹਿ ਜਾਂਦੀ ਹੈ ਅਸੀਂ ਆਲਰੇਡੀ ਕੀਤਾ ਉਹਨੂੰ ਕਾਰਪਸ ਲਿਊਟੀਅਮ ਕਹਿੰਦੇ ਹਾਂ। ਸੋ ਰਿਮੇਨਿੰਗ ਪਾਰਟ ਆਫ ਗ੍ਰਾਫੀਨ ਫੋਲੀਕਲ ਕਿਸ 'ਚ ਕਨਵਰਟ ਹੋ ਜਾਂਦਾ, ਕਾਰਪਸ ਲਿਊਟੀਅਮ 'ਚ। ਕਾਰਪਸ ਲਿਊਟੀਅਮ ਜਿਹੜਾ ਲਾਰਜ ਅਮਾਊਂਟ ਆਫ ਕਿਹੜੀ ਹਾਰਮੋਨ ਸਕਰੀਟ ਕਰਦਾ, ਪ੍ਰੋਜੈਸਟਰੋਨ, ਜਿਹੜੀ ਕਿ ਐਂਡੋਮੇਟਰੀਅਮ ਯੂਟਰਸ ਦੀ ਅੰਦਰਲੀ ਲਾਈਨਿੰਗ ਦੀ ਮੇਨਟੇਨੈਂਸ ਲਈ ਜ਼ਰੂਰੀ ਹੈ। ਹੁਣ ਅਸੀਂ ਯੂਟਰਸ ਦੀ ਅੰਦਰਲੀ ਲਾਈਨਿੰਗ ਨੂੰ ਮੇਨਟੇਨ ਤਾਂ ਕਰ ਰਹੇ ਹਾਂ ਕਿਉਂਕਿ ਅਗਰ ਇੱਥੇ ਫੀਮੇਲ ਦਾ ਗਮੀਟ ਫਰਟੀਲਾਈਜ਼ ਹੋ ਚੁੱਕਾ ਹੋਇਆ ਮੇਲ ਗਮੀਟ ਨਾਲ, ਤਾਂ ਇੱਥੇ ਹੁਣ ਐਂਡੋਮੇਟਰੀਅਮ ਉਹ ਯੂਟਰਸ ਤਿਆਰ ਹੋਣਾ ਚਾਹੀਦਾ ਕਿ ਉਹਦੇ ਤੇ ਆ ਕੇ ਐਂਬਰੀਓ ਲੱਗੇ ਤੇ ਅੱਗੇ ਬੱਚਾ ਐਂਬਰੀਓ ਡਿਵੈਲਪ ਹੋਵੇ, ਠੀਕ ਹੈ ਜੀ। ਸੋ ਇੱਥੇ ਕੀ ਹੈ, ਕਾਰਪਸ ਲਿਊਟੀਅਮ ਨੇ ਲਾਰਜ ਅਮਾਊਂਟ ਆਫ ਪ੍ਰੋਜੈਸਟਰੋਨ ਸਕਰੀਟ ਕੀਤੀ, ਜਿਹਦੇ ਨਾਲ ਐਂਡੋਮੇਟਰੀਅਮ ਜਿਹੜੀ ਉਹ ਮੇਨਟੇਨ ਰਹਿੰਦੀ ਹੈ ਤਾਂ ਕਿ ਫਰਟੀਲਾਈਜ਼ ਐਗ ਉੱਥੇ ਆ ਕੇ ਇੰਪਲਾਂਟ ਮੀਨਸ ਉੱਥੇ ਲੱਗ ਸਕੇ। ਅਗਰ ਫਰਟੀਲਾਈਜੇਸ਼ਨ ਨਾ ਹੋਈ, ਸਪਰਮ ਨਾ ਆਇਆ, ਐਗ ਨੂੰ ਫਰਟੀਲਾਈਜ਼ ਨਾ ਕੀਤਾ, ਤਾਂ ਕਾਰਪਸ ਲਿਊਟੀਅਮ ਵਿਲ ਡੀਜਨਰੇਟ। ਕਾਰਪਸ ਲਿਊਟੀਅਮ ਫਿਰ ਟੁੱਟਣ ਭੱਜਣ ਲੱਗ ਜਾਏਗਾ ਤੇ ਨਵਾਂ ਸਾਈਕਲ ਸ਼ੁਰੂ ਹੋ ਜਾਏਗਾ, ਮੈਂਸਚੁਰੇਸ਼ਨ ਬਿਗਨ ਹੋ ਜਾਏਗੀ, ਠੀਕ ਹੈ। ਤੁਸੀਂ ਫੋਲੀਕਲਸ ਦਾ ਚੱਕਰ ਦੇਖੋ, ਜਿਹੜਾ ਫਸਟ ਹੈ, ਜਿਹੜਾ ਤੁਸੀਂ ਫੋਲੀਕੂਲਰ ਫੇਜ਼ ਤੋਂ ਲਾ ਲਓ, ਇਹਦੇ ਵਿੱਚ ਫੋਲੀਕਲਸ ਗਰੋ ਕਰਦੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਕੁਝ ਫੋਲੀਕਲ ਤਾਂ ਟੁੱਟਦੇ ਭੱਜਦੇ ਆ, ਜਿਹਨੂੰ ਅਸੀਂ ਐਟਰੇਸੀਆ ਕਹਿੰਦੇ, ਕੁਝ ਬ੍ਰੇਕਡਾਊਨ ਹੋ ਰਿਹਾ, ਪਰ ਇੱਕ ਫੋਲੀਕਲ ਜਿਹੜਾ ਹੈ ਉਹ ਮਚਿਓਰ ਕਰਕੇ ਗ੍ਰਾਫੀਨ ਫੋਲੀਕਲ ਬਣਾਏਗਾ, ਬਾਕੀ ਦੀ ਐਟਰੇਸੀਆ ਹੋ ਜਾਏਗੀ। ਗ੍ਰਾਫੀਨ ਫੋਲੀਕਲ ਲੇਟਰ ਔਨ ਬ੍ਰੇਕ ਕਰੂਗਾ, ਜਿਸ 'ਚੋਂ ਓਵੂਲੇਸ਼ਨ ਹੋਏਗੀ ਸਕੈਂਡਰੀ ਸੈਲ, ਕਿਉਂਕਿ ਫੀਮੇਲ ਦੀ ਓਵਰੀ ਦੇ ਵਿੱਚ ਬਹੁਤ ਸਾਰੇ ਫੋਲੀਕਲ ਨੇ, ਬਾਕੀ ਟੁੱਟ ਭੱਜ ਜਾਣਗੇ, ਉਹਨੂੰ ਐਟਰੇਸੀਆ ਕਹਿੰਦੇ, ਫੋਲੀਕੂਲਰ ਐਟਰੇਸੀਆ। ਬਟ ਇੱਕ ਫੋਲੀਕਲ ਮੈਚਿਓਰ ਕਰਕੇ ਗ੍ਰਾਫੀਨ ਫੋਲੀਕਲ ਬਣਾਏਗਾ ਇਸ ਫੇਜ਼ 'ਚ ਆਫ ਫੋਲੀਕੂਲਰ। 'ਚ ਕੀ ਹੋਇਆ ਸੀ,
ਗ੍ਰਾਫੀਨ ਫੋਲੀਕਲ ਬ੍ਰੇਕ ਕੀਤਾ ਚ ਸਕੈਂਡਰੀ ਓਸਾਈਟ ਬਾਹਰ ਆ ਗਿਆ। ਇਹ 'ਚ ਕੀ ਹੋਇਆ ਸੀ, ਜਿਹੜਾ ਬਚਿਆ ਹੋਇਆ ਗ੍ਰਾਫੀਨ ਫੋਲੀਕਲ ਅਸੀਂ ਉਹਨੂੰ ਕੀ ਬੋਲਦੇ, ਕਾਰਪਸ ਲਿਊਟੀਅਮ, ਰਾਈਟ। ਸੋ ਇਹ ਹੈਗਾ ਸਾਡੇ ਕੋਲ ਮੈਂਸਟਰੂਰਲ ਸਾਈਕਲ। ਸੋ ਦਿਸ ਇਜ਼ ਦ ਡਾਇਗਰਾਮੈਟਿਕ ਰਿਪਰਜੈਂਟੇਸ਼ਨ ਆਫ ਮੈਂਸਟਰੂਰਲ ਸਾਈਕਲ। ਯੂ ਕੈਨ ਸੀ ਹੇਅਰ ਸਾਈਕਲ ਬਿਗਿਨਸ ਹੇਅਰ ਐਟ ਦ ਫਸਟ ਡੇ। 3 ਤੋਂ ਲੈ ਕੇ 5 ਦਿਨ ਤੱਕ ਇਹ ਸਾਈਕਲ ਚੱਲਦਾ। ਦੇਖੋ ਮੈਂਸਟਰੂਰਲ ਫੇਜ਼, ਪ੍ਰੋਲਿਫਰੇਟਿਵ ਫੇਜ਼ 6 ਤੋਂ ਲੈ ਕੇ 13 ਡੇਜ਼ ਤੱਕ। 14ਵੇਂ ਦਿਨ ਤੇ ਓਵੂਲੇਸ਼ਨ ਹੋ ਜਾਂਦੀ ਹੈ। ਗ੍ਰਾਫੀਨ ਫੋਲੀਕਲ ਦੇ ਵਿੱਚੋਂ ਕੀ ਬਾਹਰ ਨਿਕਲਦਾ, ਸਕੈਂਡਰੀ ਓਸਾਈਟ। ਆ ਸਕਰੀਟਰੀ ਫੇਜ਼ ਹੈ, ਠੀਕ ਹੈ ਜੀ। ਜਿਹੜਾ ਸਕਰੀਟਰੀ ਫੇਜ਼ ਹੈ, ਲਾਸਟ ਵਾਲਾ ਫੇਜ਼, ਉਹਦੇ ਵਿੱਚ ਅਸੀਂ ਕੀ ਪੜ੍ਹ ਕੇ ਕੀ ਹੋ ਜਾਂਦਾ ਹੈ, ਜਿਹੜਾ ਗ੍ਰਾਫੀਨ ਫੋਲੀਕਲ ਦਾ ਬਚਿਆ ਹੋਇਆ ਪਾਰਟ ਹੈ ਅਸੀਂ ਉਹਨੂੰ ਕੀ ਬੋਲਦੇ ਹਾਂ, ਜਦੋਂ ਗ੍ਰਾਫੀਨ ਫੋਲੀਕਲ ਚੋਂ ਸਕੈਂਡਰੀ ਓਸਾਈਟ ਨਿਕਲ ਗਿਆ, ਰੈਸਟ ਆਫ ਦ ਪਾਰਟ ਇਜ਼ ਕਾਲਡ ਐਸ ਕਾਰਪਸ ਲਿਊਟੀਅਮ। ਕਾਰਪਸ ਲਿਊਟੀਅਮ ਕੀ ਸਕਰੀਟ ਕਰਦਾ ਹੈ, ਕਿਹੜੀ ਹਾਰਮੋਨ, ਪ੍ਰੋਜੈਸਟਰੋਨ। ਹੁਣ ਪ੍ਰੋਜੈਸਟਰੋਨ ਕਾਹਦੇ ਲਈ ਇੰਪੋਰਟੈਂਟ ਹੈ, ਮੇਨਟੇਨੈਂਸ ਆਫ ਐਂਡੋਮੇਟਰੀਅਮ, ਸੋ ਦੈਟ ਅਗਰ ਫਰਟੀਲਾਈਜੇਸ਼ਨ ਹੋਈ ਤਾਂ ਐਂਬਰੀਓ ਉਹਦੇ ਜਿਹੜਾ ਐਂਬਰੀਓ ਦੇ ਨਾਲ ਇੰਪਲਾਂਟ ਕਰ ਸਕੇ, ਲੱਗ ਸਕੇ ਤੇ ਉੱਥੇ ਐਂਬਰੀਓ ਡਿਵੈਲਪ ਯੂਟਰਸ ਦੇ ਵਿੱਚ ਕਰ ਸਕੇ, ਠੀਕ ਹੈ ਜੀ। ਸਟੂਡੈਂਟ ਵੈਸੇ ਮੈਂਸਟਰੂਰਲ ਸਾਈਕਲ ਕੰਪਲੀਟ ਹੈ, ਬਟ ਯੂ ਕੈਨ ਸੀ ਦਿਸ ਡਾਇਗਰਾਮ। ਇਹ ਬਹੁਤ ਹੀ ਇੱਕ ਇੰਪੋਰਟੈਂਟ ਡਾਇਗਰਾਮ ਹੈ ਕਿਉਂਕਿ ਇਹਦੇ ਵਿੱਚ ਸਾਰੇ ਈਵੈਂਟਸ ਸ਼ੋ ਕੀਤੇ ਗਏ ਮੈਂਸਟਰੂਰਲ ਸਾਈਕਲ 'ਚ ਕੀ ਹੁੰਦਾ। ਦੇਖੋ 1 to 28 ਜਾਂ 29 ਡੇਜ਼ ਬਣਾਏ ਆ। 5 ਦਿਨ ਤੱਕ ਮੈਂਸਟਰੂਰਲ ਫੇਜ਼ ਬਣਾਇਆ, ਫੋਲੀਕੂਲਰ ਫੇਜ਼ ਬਣਾਇਆ 13ਵੇਂ ਦਿਨ ਤੱਕ। 14ਵੇਂ ਦਿਨ ਤੇ ਫਿਰ ਓਵੂਲੇਸ਼ਨ ਹੋ ਜਾਣੀ ਹੈ, ਲਾਸਟ ਵਿੱਚ ਲੂਟੀਅਲ ਫੇਜ਼ ਤੇ ਫਿਰ ਨਵਾਂ ਸਾਈਕਲ ਬਿਗਨ ਹੋ ਜਾਣਾ। ਅਸੀਂ ਇੱਧਰੋਂ ਦੇਖਾਂਗੇ ਕਿਹੜੇ ਕਿਹੜੇ ਈਵੈਂਟਸ ਕੀ ਕੀ ਹੁੰਦਾ ਹੈ ਜਦੋਂ ਇਹ 1 ਤੋਂ ਲੈ ਕੇ 29 ਦਿਨ ਜਾਂ 28 ਦਿਨ ਦਾ ਸਾਈਕਲ ਚੱਲਦਾ। ਦੇਖੋ ਯੂਟਰਸ ਦੇ ਵਿੱਚ ਕੀ ਕੀ ਹੁੰਦਾ ਅਸੀਂ ਉਹ ਦੇਖਾਂਗੇ। ਫਿਰ ਓਵੇਰੀਅਨ ਹਾਰਮੋਨ, ਜਿਹੜੀ ਓਵਰੀ ਹਾਰਮੋਨ ਛੋੜਦੀ ਉਹਨਾਂ ਦਾ ਕੀ ਹੁੰਦਾ ਉਹ ਵੇਖਾਂਗੇ। ਓਵੇਰੀਅਨ ਈਵੈਂਟਸ, ਅੰਦਰ ਕੀ ਚੱਲਦਾ ਪਿਆ ਓਵਰੀ ਦੇ ਉਹ ਦੇਖਾਂਗੇ। ਤੇ ਪਿਚਿਊਟਰੀ ਦੀਆਂ ਜਿਹੜੀਆਂ 2 ਹਾਰਮੋਨ ਹੈ FSH ਤੇ LH, ਉਹਨਾਂ ਨੂੰ ਕੀ ਹੁੰਦਾ ਸੀ ਉਹ ਦੇਖਾਂਗੇ। ਦੇਖੋ ਜਦੋਂ ਅਸੀਂ ਯੂਟਰਾਈਨ ਈਵੈਂਟਸ ਦੇਖਦੇ ਕਿ ਯੂਟਰਸ 'ਚ ਕੀ ਹੋ ਰਿਹਾ, ਤਾਂ ਤੁਸੀਂ ਇੱਥੇ ਦੇਖੋ ਮੈਂਸਚੂਰੇਸ਼ਨ ਆ ਦਿਖਾਈ ਹੈ, ਬਲੀਡਿੰਗ ਹੋ ਰਹੀ ਹੈ, ਤਾਂ ਜਿਹੜੀ ਯੂਟਰਸ ਦੀ ਵਾਲ ਹੈ ਉਹਦੀ ਥਿਨਿੰਗ ਹੋ ਰਹੀ ਹੈ। ਯੂਟਰਸ ਦੀ ਜਿਹੜੀ ਅੰਦਰਲੀ ਵਾਲ ਹੈ ਐਂਡੋਮੇਟਰੀਅਮ ਉਹ ਟੁੱਟ ਭੱਜ ਰਹੀ ਹੈ ਕਿਉਂਕਿ ਉਹਨੇ ਵੀ ਬੋਡੀ ਤੋਂ ਬਾਹਰ ਆਉਣਾ, ਸੋ ਥਿਨ ਹੋ ਰਹੀ ਹੈ। ਫੋਲੀਕੂਲਰ ਫੇਜ਼ 'ਚੋਂ ਥੋੜੀ ਬਣਨੀ ਸ਼ੁਰੂ ਹੋ ਗਈ। ਆਹ ਫੇਜ਼ ਦੇਖੋ। ਨੈਕਸਟ ਫਿਰ ਓਵੂਲੇਟਰੀ ਫੇਜ਼ ਦੇ ਵਿੱਚ ਤਾਂ ਓਵੂਲੇਸ਼ਨ ਐਗ ਬਾਹਰ ਆਉਣਾ ਮੇਨਲੀ। ਤੁਸੀਂ ਆਹ ਫੇਜ਼ ਦੇਖੋ, ਸਕਰੀਟਰੀ ਲੂਟੀਅਲ ਫੇਜ਼। ਇਹਦੇ ਵਿੱਚ ਐਂਡੋਮੇਟਰੀਅਮ ਕਾਫੀ ਥਿਕ ਹੋ ਚੁੱਕੀ ਹੈ ਕਿ ਅਗਰ ਫਰਟੀਲਾਈਜੇਸ਼ਨ ਹੋਗੀ ਤਾਂ ਹੇਅਰ ਇਨ ਦ ਦਿਸ endometrium of the uterus, here implantation of embryo will take place। embryo ਇੱਥੇ ਫਿਕਸ ਹੋਏਗਾ, ਜੁੜੇਗਾ ਤੇ ਉਹ ਫਰਦਰ ਜਿਹੜਾ embryo ਦੀ ਡਿਵੈਲਪਮੈਂਟ ਕਰੇਗਾ। let us discuss about estrogen and progesterone। ਦੇਖੋ ਅਗਰ ਮੈਂਸਟਰੂਰਲ ਸਾਈਕਲ ਚੱਲ ਰਿਹਾ ਹੈ ਤਾਂ ਇਹ ਹਾਰਮੋਨਸ ਦਾ ਲੈਵਲ ਘੱਟ ਹੈ। ਤੁਸੀਂ ਲੇਟਰ ਔਨ ਦੇਖੋ ਫੋਲੀਕੂਲਰ ਫੇਜ਼ 'ਚ ਐਸਟ੍ਰੋਜਨ ਦਾ ਲੈਵਲ ਰਾਈਜ਼ ਕਰ ਗਿਆ, ਇੱਥੇ ਘਟਿਆ ਬਟ ਉਨਾ ਨਹੀਂ, ਸਟਿਲ ਵੀ ਹੈਵ ਥੀਜ਼ ਹਾਰਮੋਨਸ, ਠੀਕ ਹੈ। ਸੋ ਇੱਥੇ ਅਸੀਂ ਕਹਿ ਸਕਦੇ ਹਾਂ ਜਦੋਂ ਸਾਡੇ ਕੋਲ ਕਿਹੜਾ ਫੇਜ਼ ਸੀਗਾ, ਫਸਟ ਮੈਂਸਚੂਰੇਸ਼ਨ ਫੇਜ਼ ਸੀਗਾ। ਇਸ ਫੇਜ਼ ਦੇ ਵਿੱਚ LH ਤੇ FSH ਦਾ ਕੋਈ ਬਹੁਤਾ ਕੰਮ ਨਹੀਂ ਹੈ ਕਿਉਂਕਿ ਅਸੀਂ ਇੱਥੇ ਡਿਸਕਸ ਕਰਕੇ LH ਜਿਹੜੀ ਹੈ ਉਹਦਾ ਲੈਵਲ ਸਗੋਂ ਘੱਟ LH ਕਹਿ ਰਹੀ ਆਮ ਸੌਰੀ, ਪ੍ਰੋਜੈਸਟਰੋਨ ਤੇ ਐਸਟ੍ਰੋਜਨ ਜਿਹੜੀਆਂ ਉਹਨਾਂ ਦਾ ਲੈਵਲ ਰਿਡਿਊਸ ਕਰ ਜਾਂਦਾ। ਕਿਹੜੇ ਫੇਜ਼ ਦੇ ਵਿੱਚ, ਜਦੋਂ ਫੀਮੇਲਸ ਨੂੰ ਮੈਂਸਚੂਰੇਸ਼ਨ ਆਉਂਦੀ ਹੈ। ਸੋ ਇਹਨਾਂ ਦਾ ਕਿਉਂਕਿ ਲੈਵਲ ਘਟਿਆ ਤਦ ਹੀ ਤਾਂ ਐਂਡੋਮੇਟਰੀਅਮ ਟੁੱਟੀ ਹੈ, ਠੀਕ ਹੈ ਜੀ। ਸੋ ਇੱਥੇ ਪ੍ਰੋਜੈਸਟਰੋਨ ਤੇ ਐਸਟ੍ਰੋਜਨ ਦਾ ਲੈਵਲ ਘੱਟ ਹੈ। ਇਫ ਆਈ ਟਾਕ ਅਬਾਊਟ ਅਦਰ ਫੇਜ਼ਸ, ਫੋਲੀਕੂਲਰ ਫੇਜ਼ ਵਧਿਆ ਲੈਵਲ, ਠੀਕ ਹੈ ਜੀ। ਇਫ ਆਈ ਟਾਕ ਅਬਾਊਟ ਓਵੂਲੇਸ਼ਨ ਫੇਜ਼, ਆ ਦੇਖੋ ਐਸਟ੍ਰੋਜਨ ਦਾ ਲੈਵਲ ਹੋਰ ਵੱਧ ਗਿਆ, ਤਾਂ ਜਦੋਂ ਇਹ ਲਾਸਟ ਆਣਾ ਇਹਦੋਂ ਵੀ ਪ੍ਰੋਜੈਸਟਰੋਨ ਦਾ ਲੈਵਲ ਵਧਣਾ ਹੈ। ਲਾਰਜ ਅਮਾਊਂਟ ਆਫ ਪ੍ਰੋਜੈਸਟਰੋਨ ਇਜ਼ ਸਿਕ੍ਰੀਟਡ ਇਨ ਦਿਸ ਲੂਟੀਅਲ ਫੇਜ਼ ਕਿਉਂਕਿ ਇਹਦੇ ਨਾਲ ਐਂਡੋਮੇਟਰੀਅਮ ਜਿਹੜੀ ਉਹ ਥਿਕ ਹੁੰਦੀ ਹੈ। ਲੂਟੀਅਲ ਫੇਜ਼ ਦੇ ਵਿੱਚ ਸਾਡੇ ਕੋਲ ਸਟੂਡੈਂਟਸ ਇਹਦਾ ਲੈਵਲ ਰਾਈਜ਼ ਕਰਦਾ ਪ੍ਰੋਜੈਸਟਰੋਨ ਦਾ। ਓਕੇ, ਓਵੇਰੀਅਨ ਈਵੈਂਟਸ ਦੇਖੋ, ਹੋਰ ਓਵਰੀ 'ਚ ਕੀ ਕੀ ਹੁੰਦਾ ਜਦੋਂ ਸਾਡੇ ਕੋਲ ਮੈਂਸਚੂਰੇਸ਼ਨ ਸਾਈਕਲ ਚੱਲਦੀ ਹੈ। ਦੇਖੋ ਡਿਵੈਲਪਿੰਗ ਫੋਲੀਕਲ, ਸ਼ੁਰੂ 'ਚ ਫੋਲੀਕਲ ਡਿਵੈਲਪ ਕੀਤਾ, 13ਵੇਂ ਦਿਨ ਤੇ ਜਾ ਕੇ ਮਚਿਓਰ ਕਰ ਗਿਆ ਫੋਲੀਕਲ, ਗ੍ਰਾਫੀਨ ਫੋਲੀਕਲ ਬਣ ਗਿਆ। 14ਵੇਂ ਦਿਨ ਤੇ ਉਹ 'ਚੋਂ ਸਕੈਂਡਰੀ ਓਸਾਈਟ ਬਾਹਰ ਆ ਗਿਆ। ਉਸ ਤੋਂ ਬਾਅਦ ਜਦੋਂ ਸਕੈਂਡਰੀ ਓਸਾਈਟ ਗ੍ਰਾਫੀਨ ਫੋਲੀਕਲ 'ਚੋਂ ਬਾਹਰ ਆ ਗਿਆ, ਜਿਹੜਾ ਰੈਸਟ ਗ੍ਰਾਫੀਨ ਫੋਲੀਕਲ ਬਚਿਆ ਹੋਇਆ ਰਹਿ ਗਿਆ, ਅਸੀਂ ਉਹਨੂੰ ਕੀ ਬੋਲਦੇ, ਕਾਰਪਸ ਲਿਊਟੀਅਮ। ਹੌਲੀ ਹੌਲੀ ਕਾਰਪਸ ਲਿਊਟੀਅਮ ਨੇ ਵੀ ਫਿਰ ਖਤਮ ਹੋ ਜਾਣਾ, ਡੀਜਨਰੇਟ ਹੋ ਜਾਣਾ। FSH ਤੇ LH ਦਾ ਲੈਵਲ ਦੇਖ ਲਓ, ਘੱਟ ਹੈ ਸ਼ੁਰੂ 'ਚ, ਹੌਲੀ ਹੌਲੀ ਵਧਿਆ। ਤੁਸੀਂ ਇਹ ਦੇਖੋ ਹੇਅਰ FSH ਅਸੀਂ ਇੱਥੇ ਪੜ੍ਹ ਕੇ ਆਏ ਸੀਗੇ ਕਿ ਜਿਹੜਾ ਓਵੂਲੇਟਰੀ ਫੇਜ਼ ਹੈ ਉਹਦੇ ਵਿੱਚ FSH ਤੇ LH 14ਵੇਂ ਦਿਨ ਤੇ ਓਵੂਲੇਟਰੀ ਫੇਜ਼ ਤੇ LH ਤੇ FSH ਦਾ ਲੈਵਲ ਪੀਕ ਤੇ ਪਹੁੰਚ ਗਿਆ ਮੈਕਸਿਮਮ, ਫਿਰ ਘਟ ਜਾਏਗਾ, ਠੀਕ ਹੈ ਜੀ। ਸੋ ਪਹਿਲਾਂ ਵੀ ਘੱਟ ਸੀ, ਇੱਥੇ ਪੀਕ ਤੇ ਪਹੁੰਚਿਆ, ਫਿਰ ਹੌਲੀ ਹੌਲੀ ਫਿਰ ਘਟ ਜਾਏਗਾ। ਸੋ ਇਹ ਈਵੈਂਟਸ ਹੁੰਦੇ ਨੇ ਜਦੋਂ ਫੀਮੇਲਸ ਦੀ ਬੋਡੀ ਦੇ ਵਿੱਚ ਮੈਂਸਚੂਰੇਸ਼ਨ ਸਾਈਕਲ ਹੁੰਦਾ ਹੈ।